ਸਤਿ ਸ਼੍ਰੀ ਅਕਾਲ। ਲੋਕਰਾਣਾ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਅਹਿਮ ਸ਼ਖਸੀਅਤ ਡਾਕਟਰ ਨਵਸ਼ਰਨ ਕੌਰ ਮੌਜੂਦ ਨੇ। ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਕਿ ਅਸੀਂ ਲੋਕਰਾਣਾ ਚੈਨਲ ਪੰਜਾਬੀ ਦੇ ਉੱਤੇ ਕਾफ़ी ਜਿਹੜੀ ਇੰਟਰਵਿਊਜ਼ ਜਾਂ ਫਿਰ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਨਵਸ਼ਰਨ ਕੌਰ ਕੌਣ ਨੇ ਤੇ ਈਡੀ ਵੱਲੋਂ ਜਿਹੜੀ ਉਹਨਾਂ ਤੇ ਰੇਡ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਉਹਨਾਂ ਜਥੇਬੰਦੀਆਂ ਨੇ ਝੰਡਾ ਬੁਲੰਦ ਕੀਤਾ, ਜਿਹਦੇ 'ਚੋਂ ਇੱਕ ਵੱਡੀ ਜਥੇਬੰਦੀ ਜਿਹੜੀ ਲਗਾਤਾਰ ਕਿਸਾਨ ਮਜ਼ਦੂਰਾਂ ਦੀ ਜਿਹੜੀ ਹੱਕ ਦੀ ਆਵਾਜ਼ ਹੈ ਉਸ ਨੂੰ ਬੁਲੰਦ ਕਰਦੀ ਹੈ, ਜਿਹਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਉਹ ਵੀ ਡਟੇ ਸੀ। ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਵੀ ਕੀਤਾ ਸੀ, ਹਜ਼ਾਰਾਂ ਬੀਬੀਆਂ ਇਕੱਠੀਆਂ ਕਰਕੇ ਤੇ ਨਵਸ਼ਰਨ ਕੌਰ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਸੀ। ਮੈਡਮ ਹੋਰੀ ਅੱਜ ਆਪਣੇ ਨਾਲ ਨੇ, ਆਪਾਂ ਥੋੜ੍ਹਾ ਜਿਹਾ ਉਸ ਕੇਸ ਬਾਰੇ ਵੀ ਗੱਲਬਾਤ ਕਰਾਂਗੇ ਜਾਂ ਉਸ ਤੋਂ ਬਾਅਦ ਦੇਸ਼ ਦੇ ਵਿੱਚ ਜਿਹੜੇ ਹਾਲਾਤ ਹੈਗੇ ਨੇ ਉਹਨਾਂ 'ਤੇ ਵੀ ਗੱਲਬਾਤ ਕਰਾਂਗੇ ਕਿ ਬੋਲਣ ਦੀ ਆਜ਼ਾਦੀ ਹੈਗੀ ਹੈ, ਆਪਣੇ ਹੱਕਾਂ ਦੀ ਗੱਲ ਕਰਨ ਦੀ ਆਜ਼ਾਦੀ ਹੈਗੀ ਹੈ, ਕਿਸੇ ਨਾਲ ਮੋਢਾ ਲਾ ਕੇ ਖੜਨ ਦੀ ਜਿਹੜੀ ਹੈਗੀ ਆਜ਼ਾਦੀ ਹੈਗੀ ਹੈ, ਜਾਂ ਫਿਰ ਉਹੀ ਕੁਛ ਹੋਊਗਾ ਜੋ ਕੁਛ ਹਕੂਮਤਾਂ ਇੱਥੇ ਤੈਅ ਕਰਨਗੀਆਂ। ਜਿਹੜੇ ਮਾਪਦੰਡ ਹੋਣਗੇ ਉਹ ਹਕੂਮਤਾਂ ਦੇ ਤੈਅ ਕੀਤੇ ਹੋਣਗੇ, ਭਾਵੇਂ ਸੂਬੇ ਦੀਆਂ ਸਰਕਾਰਾਂ ਹੋਣ ਜਾਂ ਫਿਰ ਦੇਸ਼ ਦੀਆਂ ਸਰਕਾਰਾਂ ਹੋਣ, ਜਾਂ ਫਿਰ ਸੰਵਿਧਾਨ ਦੇ ਅਨੁਸਾਰ ਲੋਕ ਆਪਣਾ ਵੀ ਆਜ਼ਾਦੀ ਦਾ ਕੋਈ ਨਿੱਘ ਮਾਣ ਸਕਦੇ ਨੇ। ਮੈਡਮ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਮਿਹਰਬਾਨੀ ਜੀ, ਅਤੇ ਬਹੁਤ ਮਿਹਰਬਾਨੀ ਕਿ ਤੁਸੀਂ ਇੰਨੇ ਦਿਨਾਂ ਤੋਂ ਮੇਰੇ ਬਾਰੇ ਵੀ ਅਤੇ ਕੇਸ ਬਾਰੇ ਵੀ ਆਪਣੀ ਚਲਾਉਂਦੇ ਰਹੇ ਰਿਪੋਰਟਸ ਜੀ। ਲਗਾਤਾਰ ਜਿਹੜੀ ਈਡੀ ਹੈ ਖਾਸ ਕਰਕੇ ਚਰਚਾ 'ਚ ਰਹਿੰਦੀ ਹੈ ਕਿ ਉਹ ਰੇਡਸ ਹੁੰਦੀਆਂ ਨੇ ਜਾਂ ਕਿਸੇ ਤਰ੍ਹਾਂ ਦੀ ਹੋਰ ਇਨਕੁਆਰੀਆਂ। ਤੁਹਾਡੇ 'ਤੇ ਵੀ ਈਡੀ ਦੀ ਰੇਡ ਹੋਈ, ਜੇਕਰ ਤੁਸੀਂ ਕੁਝ ਦੱਸਣਾ ਚਾਹੋ ਉਸ ਬਾਰੇ। ਨਹੀਂ, ਮੇਰੇ 'ਤੇ ਈਡੀ ਦੀ ਰੇਡ ਨਹੀਂ ਹੋਈ। ਈਡੀ ਨੇ ਮੈਨੂੰ ਆਪਣੇ ਦਫ਼ਤਰ ਵਿੱਚ ਬੁਲਾਇਆ ਸੀ। ਇਹ ਗੱਲ ਸਮਝਣ ਦੀ ਇਹ ਹੈ ਕਿ ਸਾਨੂੰ ਹਾਲੇ ਤੱਕ ਨਹੀਂ ਪਤਾ ਕਿ ਮੈਨੂੰ ਜਾਂ ਹੋਰ ਔਰਤ ਕਾਰਕੁਨਾਂ ਨੂੰ ਕਿਉਂ ਬੁਲਾਇਆ ਗਿਆ ਸੀ ਅਤੇ ਕਿਉਂ ਇੰਨੀ ਪੁੱਛਤਾਛ ਕੀਤੀ ਗਈ ਸੀ। ਜਿਹੜਾ ਈਡੀ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਜਿਹੜਾ ਘੇਰਾ ਹੈ ਪੁੱਛਗਿੱਛ ਦਾ, ਉਹ ਮਨੀ ਲਾਂਡਰਿੰਗ ਦਾ ਹੈ ਕਿ ਪੈਸੇ ਨੂੰ ਕਿਵੇਂ ਇੱਧਰ ਉੱਧਰ ਹਵਾਲਾ ਅਤੇ ਕੀਤਾ ਜਾਂਦਾ ਹੈ ਅਤੇ ਕਿਵੇਂ ਪੈਸਾ ਗਲਤ ਕੰਮਾਂ ਲਈ ਯੂਜ਼ ਕੀਤਾ ਜਾਂਦਾ ਹੈ। ਇਹ ਲਾਅ ਵੀ ਤਾਂ ਹੀ ਬਣਿਆ ਸੀ ਕਿ ਜਿਹੜੀਆਂ ਵੱਡੇ ਤੌਰ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਡਰੱਗ ਜਾਂ ਹੋਰ ਵੱਡੇ ਕਿਸਮ ਦੇ ਜਿਹੜੇ ਟਰੇਡ ਹੋ ਰਹੇ ਆ, ਆਰਗੇਨਾਈਜ਼ਡ ਟਰੇਡ, ਉਹਨਾਂ 'ਤੇ ਠੱਲ ਪਾਉਣ ਲਈ ਹੋ ਰਿਹਾ ਸੀ ਕਿ ਨਜਾਇਜ਼ ਹਥਿਆਰ, ਨਜਾਇਜ਼ ਨਸ਼ੇ ਉਹ ਮੁਲਕਾਂ ਦੇ ਵਿੱਚ ਇੱਧਰ ਉੱਧਰ ਨਾ ਜਾਣ। ਇਹ ਕਾਨੂੰਨ ਉਹਦੇ ਲਈ ਬਣਿਆ ਸੀ। ਪਰ ਬਹੁਤ ਹੈਰਾਨੀ ਦੀ ਗੱਲ ਹੈ ਕਿ ਇਹ ਕਾਨੂੰਨ ਹੁਣ ਸਮਾਜਿਕ ਕਾਰਕੁਨਾਂ, ਬੁੱਧੀਜੀਵੀਆਂ ਨੂੰ ਤੰਗ ਪਰੇਸ਼ਾਨ ਕਰਨ, ਉਹਨਾਂ ਨੂੰ ਡਰਾਉਣ ਧਮਕਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਮਤਲਬ ਮੈਂ ਸਮਝਦੀ ਹਾਂ ਕਿ ਬਹੁਤ ਸੀਰੀਅਸ ਗੱਲ ਹੈ ਔਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਕਾਨੂੰਨ ਕਿਸ ਵਾਸਤੇ ਬਣਦਾ ਹੈ, ਪਰ ਫਿਰ ਉਹ ਕਿਵੇਂ ਲੋਕਾਂ ਦੀ ਆਵਾਜ਼ ਬੰਦ ਕਰਨ ਵਾਸਤੇ। ਔਰ ਜਿਹੜੇ ਲੋਕ, ਜਿਹੜੇ ਸਮਾਜਿਕ ਕਾਰਕੁਨ ਨੇ, ਜਿਹੜੇ ਸਰਕਾਰ ਤੋਂ ਜਵਾਬਦੇਹੀ ਮੰਗਦੇ ਹੈ। ਅਸੀਂ ਹੋਰ ਕੀ ਕਰ ਰਹੇ ਹਾਂ? ਅਸੀਂ ਕੋਈ ਗੋਲੀਆਂ ਨਹੀਂ ਚਲਾ ਰਹੇ, ਅਸੀਂ ਕੋਈ ਕਿਸੇ ਵੀ ਕਿਸਮ ਦਾ ਕੋਈ ਬੜਾਵਾ ਨਹੀਂ ਦੇ ਰਹੇ ਕਿਸੇ ਗਲਤ ਕੰਮ ਨੂੰ। ਅਸੀਂ ਸਿਰਫ ਸਰਕਾਰ ਦੀ ਜਵਾਬਦੇਹੀ ਮੰਗਦੇ ਹਾਂ ਕਿ ਉਹਨਾਂ ਦੀ ਔਰਤਾਂ ਪ੍ਰਤੀ ਜਵਾਬਦੇਹੀ, ਗਰੀਬਾਂ ਪ੍ਰਤੀ ਜਵਾਬਦੇਹੀ, ਔਰ ਉਹ ਵੀ ਪੁੱਛਣ 'ਤੇ ਜਿਹੜਾ ਹੈ ਉਹ ਤੁਹਾਨੂੰ ਇਸ ਤਰ੍ਹਾਂ ਇਹ ਵਾਲੇ ਕਾਨੂੰਨ ਇਸਤੇਮਾਲ ਕਰਕੇ ਤੰਗ ਕੀਤਾ ਜਾਂਦਾ ਹੈ, ਅਤੇ ਬੜਾ ਸੀਰੀਅਸ ਮੁੱਦਾ ਹੈ। ਤੁਸੀਂ ਮਨੁੱਖੀ ਅਧਿਕਾਰਾਂ ਦੀ ਲੜਾਈ ਬੜੇ ਲੰਮੇ ਸਮੇਂ ਤੋਂ ਲੜ ਰਹੇ ਹੋ। ਆਹ ਚੀਜ਼ਾਂ ਤੁਹਾਨੂੰ ਪਰਿਵਾਰ ਦੇ ਵਿੱਚੋਂ ਮਿਲੀਆਂ ਨੇ। ਗੁਰਸ਼ਰਨ ਜੀ ਹੋਰਾਂ ਦਾ ਇੱਕ ਵੱਡਾ ਨਾਮ ਹੈ। ਕੀ ਇਸ ਤੋਂ ਪਹਿਲਾਂ ਵੀ ਤੁਹਾਨੂੰ ਤੁਹਾਡੀ ਸੋਸ਼ਲ ਲਾਈਫ ਦੇ ਵਿੱਚ ਜਾਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਦਿਆਂ ਕਦੇ ਪਹਿਲਾਂ ਵੀ ਇਹੋ ਜਿਹੀ ਦਿੱਕਤ ਦਾ ਸਾਹਮਣਾ ਕਰਨਾ ਪਿਆ? ਨਹੀਂ, ਪਹਿਲੇ ਮੈਨੂੰ ਨਹੀਂ ਕਰਨਾ ਪਿਆ। ਨਹੀਂ ਜੀ। ਇੱਕ ਲਗਾਤਾਰ ਵਿਰੋਧ ਹੁੰਦਾ ਕਿ ਕੇਂਦਰ ਦੀ ਜਿਹੜੀ ਹਕੂਮਤ ਹੈ ਉਹ ਜਿਹੜੀ ਏਜੰਸੀਜ਼ ਹੈਗੀਆਂ ਨੇ ਸਟੇਟ ਦੀਆਂ, ਉਹਨਾਂ ਦੀ ਦੁਰਵਰਤੋਂ ਕਰਦੀ ਹੈ। ਤੁਹਾਡੇ ਵਾਲੇ ਕੇਸ ਦੇ ਵਿੱਚ ਵੀ ਸਮਝ ਸਕਦੇ ਹਾਂ? ਹਾਂ, ਬਿਲਕੁਲ। ਮੈਂ ਇਹੀ ਕਹਿ ਰਹੀ ਹਾਂ ਕਿ ਇਹ ਜਿਹੜੀ ਇਹ ਦੁਰਵਰਤੋਂ ਹੈ ਕਾਨੂੰਨ ਦੀ। PMLA ਜਿਹੜਾ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਹੈ, ਉਹ ਹੈ ਹੀ ਮਨੀ ਲਾਂਡਰਿੰਗ ਬਾਰੇ, ਜਦਕਿ ਮੇਰਾ ਪੈਸੇ ਦੀ ਹਵਾਲੇ ਨਾਲ ਕੋਈ ਦੂਰੋਂ ਵੀ ਕੋਈ ਰਿਸ਼ਤਾ ਨਹੀਂ ਹੈ। ਅਤੇ ਮੈਂ ਆਪਣੇ ਜਿਹੜੀ ਤਹਿਕੀਕਾਤ ਮੇਰੇ ਕੀਤੀ ਗਈ ਬਿਨਾਂ ਦੱਸੇ, ਮੈਂ ਉਹਨੂੰ ਹੋਰ ਕਿਸ ਤਰ੍ਹਾਂ ਸਮਝਾਂ? ਮੈਂ ਉਹਨੂੰ ਇਸੇ ਤਰ੍ਹਾਂ ਹੀ ਸਮਝ ਰਹੀ ਹਾਂ ਕਿ ਇਹ ਮੈਨੂੰ ਤੰਗ ਪਰੇਸ਼ਾਨ ਕਰਨ, ਮੈਨੂੰ ਚੁੱਪ ਕਰਾਉਣ,
ਮੈਂਟਲੀ ਹਰਾਸਮੈਂਟ ਹਰਾਸ ਕਰਨ ਵਾਸਤੇ। ਦੇਸ਼ ਦੇ ਵਿੱਚ ਇਹ ਵੀ ਇੱਕ ਇਤਿਹਾਸ ਬਣਦਾ ਜਾ ਰਿਹਾ। ਸੁਦਾ ਭਾਰਦਵਾਜ ਹੋ ਰਹੀ ਹੈ ਨਾ, ਲੰਮਾ ਸਮਾਂ ਰਹੇ, ਜਾਂ ਸਟੇਨ ਸਵਾਮੀ ਹੋਰਾਂ ਦਾ ਇਲਾਜ ਪੱਖੋਂ ਮੌਤ ਹੀ ਹੋ ਗਈ, ਜਾਂ ਕੱਪਨ ਵਰਗੇ ਪੱਤਰਕਾਰ ਜਿਹੜੇ ਇੱਕ ਮਤਲਬ ਰਿਪੋਰਟਿੰਗ ਅਜੇ ਕੀਤੀ ਵੀ ਨਹੀਂ ਗਈ ਸੀ ਕਿ ਇਹਨਾਂ ਦੀ ਰਿਪੋਰਟਿੰਗ ਤੰਗ ਕਰ ਸਕਦੀ ਹੈ। ਜਿਹੜੀ ਚੀਜ਼ਾਂ ਹੋਈਆਂ ਨਹੀਂ ਹੈਗੀਆਂ ਉਹ ਚੀਜ਼ਾਂ ਨੂੰ ਵੀ ਉਦਾਹਰਨ ਬਣਾ ਕੇ ਤੁਸੀਂ, ਜਾਂ ਹੁਣ ਤੁਹਾਡਾ ਨਾਮ ਆ ਗਿਆ, ਜਾਂ ਬੁੱਧੀਜੀਵੀ ਦਬਕੇ ਦਾ ਹੋਰ ਨਾਮ ਆ ਗਿਆ। ਸਰਕਾਰਾਂ ਨੂੰ ਡਰ ਕਿਸ ਗੱਲ ਦਾ? ਬੁੱਧੀਜੀਵੀਆਂ ਤੋਂ ਜੋ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਨੇ, ਇਹਨਾਂ ਲੋਕਾਂ ਤੋਂ ਸਰਕਾਰ ਇਨਸਿਕਿਉਰ ਫੀਲ ਕਿਉਂ ਕਰ ਰਹੀ ਹੈ? ਸਰਕਾਰ ਇਨਸਿਕਿਉਰ ਇਸ ਕਰਕੇ ਫੀਲ ਕਰ ਰਹੀ ਹੈ ਕਿ ਸਰਕਾਰ ਆਪਣੇ ਆਪ ਨੂੰ ਦੁਨੀਆ ਭਰ ਦੇ ਵਿੱਚ ਜਮਹੂਰੀਅਤ ਦੀ ਮਾਂ ਕਹਿੰਦੀ ਹੈ। ਉਹ ਹਰ ਜਗ੍ਹਾ ਸਾਡੀ ਸਰਕਾਰ ਦੇ ਨੁਮਾਇੰਦੇ ਜਿੱਥੇ ਵੀ ਦੁਨੀਆ ਭਰ ਵਿੱਚ ਜਾਂਦੇ ਹੈ, ਉਹ ਹਿੰਦੁਸਤਾਨ ਨੂੰ ਮਦਰ ਆਫ ਡੈਮੋਕ੍ਰੇਸੀ ਕਹਿੰਦੇ ਹੈ। ਜਿੱਥੇ ਉਹ ਆਪਣਾ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਹੈ, ਸਾਡੇ ਵਰਗੇ ਲੋਕ ਸਰਕਾਰ ਨੂੰ ਇੱਕ ਸ਼ੀਸ਼ਾ ਦਿਖਾਉਂਦੇ ਹੈ ਕਿ ਇੱਥੇ ਜਮਹੂਰੀਅਤ ਦਾ ਰਿਕਾਰਡ ਜਿਹੜਾ ਹੈ ਉਹ ਖਰਾਬ ਹੁੰਦਾ ਜਾ ਰਿਹਾ ਹੈ। ਬਹੁਤ ਸਾਰੇ ਜਿਹੜੇ ਅੰਤਰਰਾਸ਼ਟਰੀ ਮਾਪਦੰਡ ਨੇ ਜਿਨ੍ਹਾਂ ਦੇ ਵਿੱਚ ਇੰਡੈਕਸ ਕੱਢੀ ਜਾਂਦੀ ਹੈ ਕਿ ਕੋਈ ਕੰਟਰੀ ਕਿੰਨੀ ਜਮਹੂਰੀਅਤ ਵਾਲੀ ਹੈ, ਪ੍ਰੈਸ ਨੂੰ ਕਿੰਨੀ ਆਜ਼ਾਦੀ ਹੈ, ਲੋਕ ਕਿੰਨੇ ਖੁਸ਼ ਨੇ। ਪਿਛਲੇ 5 ਸਾਲ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਿੰਦੁਸਤਾਨ ਦਾ ਜਿਹੜਾ ਰੈਂਕ ਹੈ ਉਹ ਤੇਜ਼ੀ ਨਾਲ ਥੱਲੇ ਖਿਸਕਦਾ ਜਾ ਰਿਹਾ ਹੈ। ਹਿੰਦੁਸਤਾਨ ਇੱਕ ਜਮਹੂਰੀਅਤ ਤੋਂ ਜਿਹਨੂੰ ਇਲੈਕਟੋਰਲ ਆਟੋਕ੍ਰੇਸੀ ਕਹਿੰਦੇ ਆ ਉਹਦੇ ਵਿੱਚ ਬਦਲ ਗਈ ਹੈ। ਤੇ ਇਹ ਗੱਲਾਂ ਜਿਹੜੀਆਂ ਨੇ ਜਦੋਂ ਸਰਕਾਰ ਨੂੰ ਕਹੀਆਂ ਜਾਂਦੀਆਂ ਤੇ ਉਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਤੁਹਾਡੀਆਂ ਗੱਲਾਂ ਸਰਕਾਰ ਨੂੰ ਪਰੇਸ਼ਾਨ ਕਰਦੀਆਂ ਨੇ? ਜ਼ਰੂਰ ਕਰਦੀਆਂ ਹੋਣਗੀਆਂ। ਮੈਂ ਸਮਝਦੀ ਹਾਂ ਕਿ ਜਿਹੜੇ ਉਹਨਾਂ ਦੇ ਖੋਖਲੇ ਦਾਅਵੇ ਹੈ, ਅਗਰ ਉਹਨਾਂ ਨੂੰ ਅਸੀਂ ਚੈਲੰਜ ਕਰਦੇ ਹਾਂ ਔਰ ਕਹਿੰਦੇ ਹਾਂ ਕਿ ਤੁਸੀਂ ਕਿਵੇਂ ਜਮਹੂਰੀਅਤ ਦੀ ਮਾਂ ਹੋ ਗਏ ਜਦੋਂ ਉਮਰ ਖਾਲਿਦ ਬਿਨਾਂ ਟਰਾਇਲ ਦੇ 1000 ਦਿਨਾਂ ਤੋਂ ਅੰਦਰ ਹੈ। ਜਿਵੇਂ ਭੀਮਾ ਕੋਰੇਗਾਂਵ ਦੇ ਸਾਰੇ ਜਿਹੜੇ ਅਰੈਸਟੀ ਨੇ, ਉਹਨਾਂ ਨੂੰ 5 ਜੂਨ ਨੂੰ 5 ਸਾਲ ਹੋ ਗਏ ਨੇ ਜਿਹੜੀ ਪਹਿਲੀ ਖੇਪ ਅੰਦਰ ਗਈ ਸੀ। 5 ਸਾਲ ਹੋ ਗਏ ਨੇ ਉਹਨਾਂ ਦਾ ਟਰਾਇਲ ਵੀ ਸ਼ੁਰੂ ਨਹੀਂ ਹੋਇਆ। ਅਸੀਂ ਕਿਉਂ ਨਾ ਕਹੀਏ ਕਿ ਇਸ ਜਮਹੂਰੀਅਤ ਦੇ ਵਿੱਚ ਵੱਡੀਆਂ ਖਾਮੀਆਂ ਹਨ। ਕੀ ਹੁਣ ਬੋਲਣ ਦੀ ਆਜ਼ਾਦੀ ਨਹੀਂ ਰਹੀ? ਬੋਲਣ ਦੀ ਆਜ਼ਾਦੀ ਤੁਹਾਡੇ ਆਪਣੇ ਖਤਰਾ ਚੁੱਕ ਕੇ ਬੋਲਣ ਦੀ ਆਜ਼ਾਦੀ ਹੈ ਔਰ ਆਵਾਜ਼ਬੰਦੀ ਦੇ ਨਵੇਂ ਤੋਂ ਨਵੇਂ ਕਾਨੂੰਨ ਆ ਰਹੇ ਨੇ। ਤੁਸੀਂ ਪਿੱਛੇ ਵੇਖਿਆ ਹੋਏਗਾ ਕਿ 1 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜਾ ਸੈਡੀਸ਼ਨ ਦਾ ਲਾਅ ਹੈ, ਦੇਸ਼ ਧਰੋਹ ਦਾ ਲਾਅ ਹੈ, ਉਹਦਾ ਕਿਸੇ ਵੀ ਆਜ਼ਾਦ ਦੇਸ਼ ਦੇ ਵਿੱਚ ਕੋਈ ਕੰਮ ਨਹੀਂ ਹੈ। ਇਹ ਕਲੋਨੀਅਲ ਲਾਅ ਹੈ ਕਿ ਕੋਈ ਦੇਸ਼ ਧਰੋਹੀ ਹੋ ਸਕਦਾ ਹੈ। ਇੱਥੇ ਤਾਂ ਇਹ ਗੱਲ ਵੀ ਹੋ ਕਿ ਹਕੂਮਤ ਨੂੰ ਲੱਗਦਾ ਸਾਡੇ ਖਿਲਾਫ ਬੋਲਣਾ ਦੇਸ਼ ਧਰੋਹ ਹੈ, ਜੋ ਸਾਡੇ ਖਿਲਾਫ ਬੋਲੂਗਾ ਉਹ ਦੇਸ਼ ਦੇ ਖਿਲਾਫ ਬੋਲੂਗਾ। ਕਿੰਨੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਕਿੰਨੇ ਕੇਸ ਹੋਏ ਕਿ ਜਿਨ੍ਹਾਂ ਨੇ ਸਰਕਾਰ ਦੇ ਕੋਈ ਗੱਲ ਚੁੱਕੀ, ਉਹਨਾਂ ਦੇ ਇਸ ਕਰਕੇ ਅੰਦਰ ਕੀਤੇ ਗਏ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਰਹਿੰਦਿਆਂ ਦੇਸ਼ ਤੋੜਨ ਦੀਆਂ ਗੱਲਾਂ ਕਰਦੇ ਹੋ। ਬਿਲਕੁਲ, ਔਰ ਇਹ ਗੱਲ ਬਿਲਕੁਲ ਸਹੀ ਹੈ ਕਿ ਦੇਸ਼ ਇੱਕ ਤਰ੍ਹਾਂ ਨਾਲ ਡਿਫਾਈਨ ਕੀਤਾ ਜਾ ਰਿਹਾ ਹੈ। ਸਾਡੇ ਤੋਂ ਜ਼ਿਆਦਾ ਦੇਸ਼ ਨੂੰ ਕੋਈ ਪਿਆਰ ਨਹੀਂ ਕਰਦਾ। ਮੈਂ ਸੋਚਦੀ ਹਾਂ ਕਿ ਮੈਂ ਬਹੁਤ ਵੱਡੀ ਪੜ੍ਹਾਈ ਕੈਨੇਡਾ ਦੇ ਵਿੱਚ ਕੀਤੀ, ਮੈਨੂੰ ਬੜਾ ਵੱਡਾ ਵਜ਼ੀਫਾ ਮਿਲਿਆ ਸੀ। ਮੈਂ 7 ਸਾਲ ਕੈਨੇਡਾ ਰਹੀ। ਮੈਨੂੰ ਹਰ ਵਕਤ ਹਰ ਪਲ ਆਪਣੇ ਦੇਸ਼ ਪਰਤਣ ਦੀ ਚਾਹ ਸੀ। ਔਰ ਉਹ ਕਿਉਂ ਸੀ? ਉਹ ਇਸ ਕਰਕੇ ਕਿ ਮੈਨੂੰ ਆਪਣੇ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਨਾਲ ਕੰਮ ਕਰਨਗੇ, ਇਸ ਦੇਸ਼ ਨੂੰ, ਇਸ ਪੰਜਾਬ ਨੂੰ, ਇਸ ਸਮਾਜ ਨੂੰ ਚੰਗਾ ਸਮਾਜ ਬਣਾਉਣ ਦੀ, ਜਿਹਦੇ ਵਿੱਚ ਅਸੀਂ ਸਿਰ ਚੁੱਕ ਕੇ ਤੁਰ ਸਕੀਏ, ਆਜ਼ਾਦੀ ਦੇ ਨਾਲ ਲਿਖ ਸਕੀਏ, ਬੋਲ ਸਕੀਏ, ਗਾ ਸਕੀਏ। ਉਸ ਗੱਲ ਦੀ ਤੜਪ ਸੀ ਤੇ ਮੈਂ ਵਾਪਸ ਆਈ। ਮੈਂ ਇੱਥੇ ਆ ਕੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਜੇ ਕੋਈ ਦੇਸ਼ ਧਰੋਹੀ ਕਹੇਗਾ ਤੇ ਮੈਂ ਕਿਉਂ ਮੰਨ ਲਵਾਂਗੀ? ਕਿਸੇ ਦੇ ਸਰਟੀਫਿਕੇਟ ਦੇ ਨਾਲ ਕੁਝ ਨਹੀਂ ਹੁੰਦਾ। ਬਿਲਕੁਲ ਨਹੀਂ ਹੁੰਦਾ। ਈਡੀ ਦੀ ਪੁੱਛਗਿੱਛ ਤੋਂ ਬਾਅਦ ਮੋਟੀਵੇਸ਼ਨ ਕਿੱਦਾਂ ਦੀ ਹੈ? ਇੱਕ ਤਾਂ ਹੁੰਦਾ ਕਿ ਬੰਦੇ ਕੋਲ ਨੈਗੇਟਿਵ ਉਹਦੇ ਵੇਚ ਚਲਾ ਜਾਂਦਾ ਬੰਦਾ, ਜਾਂ ਇੱਕ ਹੁੰਦਾ ਕਿ ਆਪਣੇ ਕੰਮ ਨੂੰ ਵੱਡੇ ਪੱਧਰ 'ਤੇ ਲੈ ਕੇ ਜਾਣਾ। ਮੇਰੇ ਵਾਸਤੇ ਮੇਰੇ ਪੂਰਾ ਪੰਜਾਬ, ਹਿੰਦੁਸਤਾਨ ਭਰ ਦੇ ਬਹੁਤ ਸਾਰੇ ਜਿਹੜੇ ਬੁੱਧੀਜੀਵੀ, ਐਕੈਡੈਮਿਕਸ, ਇੱਥੋਂ ਤੱਕ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ 35 ਸੰਸਥਾਵਾਂ, ਹਿੰਦੁਸਤਾਨ ਭਰ ਦੇ ਪ੍ਰੋਫੈਸਰ, ਸਭ ਨੇ ਮੇਰੇ ਵਾਸਤੇ, ਕਿਸਾਨ, ਮਜ਼ਦੂਰ, ਲੇਖਕ, ਥੀਏਟਰ ਵਾਲੇ, ਸਾਰਿਆਂ ਨੇ ਮੇਰੇ ਹੱਕ ਦੇ ਵਿੱਚ ਆਵਾਜ਼ ਉਠਾਈ। ਤੇ ਮੈਂ ਤੇ ਕਮਜ਼ੋਰ ਆਪਣੇ ਆਪ ਨੂੰ ਮੰਨ ਹੀ ਨਹੀਂ ਸਕਦੀ। ਮੈਨੂੰ ਤੇ ਇੰਨਾ ਹੌਸਲਾ ਮਿਲਿਆ, ਔਰ ਖਾਲੀ ਮੈਨੂੰ ਹੀ ਨਹੀਂ ਮਿਲਿਆ, ਮੇਰੇ ਨਾਲ ਜਿਹੜੇ ਹੋਰ ਵੀ ਲੋਕ ਇਸ ਤਰ੍ਹਾਂ ਤੰਗ ਪਰੇਸ਼ਾਨ ਕੀਤੇ ਜਾ ਰਹੇ, ਉਹਨਾਂ ਨੂੰ ਵੀ ਹੌਸਲਾ ਮਿਲਿਆ ਹੈ ਕਿ ਖੜਾ ਹੋਇਆ ਜਾ ਸਕਦਾ ਹੈ। ਹੱਕ ਸੱਚ ਦੀ ਆਵਾਜ਼ ਲਈ ਖੜਾ ਹੋਣਾ ਹਰ ਇਨਸਾਨ ਦਾ ਫਰਜ਼ ਹੈ। ਤੇ ਮੈਨੂੰ ਇਹ ਲੱਗਿਆ ਕਿ ਜਦੋਂ ਮੇਰੇ ਉੱਤੇ ਮੈਨੂੰ ਏਜੰਸੀ ਵੱਲੋਂ ਬੁਲਾਇਆ ਗਿਆ ਔਰ
ਲਗਾਤਾਰ ਪਰੇਸ਼ਾਨ ਕੀਤਾ ਗਿਆ ਤੇ ਲੋਕਾਂ ਨੂੰ ਬੁਰਾ ਲੱਗਿਆ ਔਰ ਉਹਨਾਂ ਨੇ ਆਪਣੀ ਆਵਾਜ਼ ਲੋਕਾਂ ਨੇ ਵਿਰੋਧ ਕੀਤਾ ਇਸ ਗੱਲ ਦਾ। ਵਿਰੋਧ ਕੀਤਾ ਔਰ ਆਪਣੀ ਆਵਾਜ਼ ਉਠਾਈ। ਅੱਗੇ ਹੁਣ ਤੁਹਾਡਾ ਕੀ ਪਲਾਨ ਆ, ਕਿਉਂਕਿ ਅਜੇ ਤੱਕ ਤਾਂ ਉਹ ਸ਼ਾਇਦ ਅੰਡਰ ਪ੍ਰੋਸੈਸ ਹੀ ਹੈ ਸਾਰਾ ਉਹ ਕੇਸ? ਜੀ ਬਿਲਕੁਲ ਬਿਲकुल। ਤੁਹਾਡੇ ਜਿਹੜੀ ਗਤੀਵਿਧੀਆਂ ਸੀ ਉਹ ਲਗਾਤਾਰ ਜਾਰੀ ਨੇ? ਜੀ ਮੇਰੀ ਜੋ ਜਿਸ ਤਰ੍ਹਾਂ ਪਹਿਲੇ ਕੰਮ ਹੁੰਦਾ ਸੀ। ਜਥੇਬੰਦੀ ਨੇ ਬੜਾ ਵੱਡਾ ਫਤਵਾ ਦਿੱਤਾ ਤੁਹਾਡੇ ਹੱਕ ਦੇ ਵਿੱਚ। ਬਿਲਕੁਲ ਮੈਂ ਤਹਿ ਦਿਲੋਂ ਮੈਂ ਸ਼ੁਕਰਗੁਜ਼ਾਰ ਤੇ ਕੀ ਕਹਿ ਸਕਦੀ ਹਾਂ ਮੈਂ। ਹਾਂ, ਲੋਕਾਂ ਨੇ ਆਪਣਾ ਵਿਸ਼ਵਾਸ ਮੇਰੇ ਪ੍ਰਤੀ ਜਿਤਾਇਆ ਔਰ ਮੈਨੂੰ ਪਤਾ ਹੈ ਕਿ ਮੈਂ ਵੀ ਹਮੇਸ਼ਾ ਕਿਸਾਨਾਂ ਲਈ, ਮਜ਼ਦੂਰਾਂ ਲਈ, ਔਰਤਾਂ ਲਈ ਹਮੇਸ਼ਾ ਖੜੀ ਹੁੰਦੀ ਰਹੀ ਹਾਂ ਤੇ ਹੁਣ ਹੋਰ ਵੀ ਬੁਲੰਦ ਆਵਾਜ਼ ਨਾਲ ਖੜੀ ਹੋਵਾਂਗੀ। ਪਿਛਲੀਆਂ ਸਰਕਾਰਾਂ ਦੇ ਵੇਲੇ ਸਪੇਸ ਹੈ ਸੀ ਬੋਲਣ ਦੀ, ਅੱਜ ਸਪੇਸ ਘੱਟ ਹੈ ਜਾਂ ਪਿਛਲੇ ਨਾਲੋਂ ਜ਼ਿਆਦਾ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਟਾਈਟ ਹੋ ਜਾਊਗਾ ਸਭ ਕੁਝ? ਸਪੇਸ ਘੱਟ ਰਹੀ ਹੈ, ਬਹੁਤ ਘੱਟ ਰਹੀ ਹੈ ਸਪੇਸ। ਔਰ ਅਸੀਂ ਦੇਖ ਸਕਦੇ ਹਾਂ ਕਿ ਜਿਵੇਂ ਜਿਵੇਂ ਕ੍ਰਾਈਸਿਸ ਵੱਧ ਰਿਹਾ ਹੈ, ਹੋਰ ਥਾਵਾਂ ਤੋਂ ਆਵਾਜ਼ਾਂ ਉੱਠ ਰਹੀਆਂ ਹਨ ਵਿਦਰੋਹ ਦੀਆਂ, ਰੈਜ਼ਿਸਟੈਂਸ ਦੀਆਂ। ਸਰਕਾਰ ਬੌਖਲਾ ਕੇ ਹੋਰ ਕਦਮ ਵੀ ਚੁੱਕ ਸਕਦੀ ਹੈ। ਵਿਦੇਸ਼ਾਂ ਦੇ ਵਿੱਚ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਇਕੋਨਮੀ ਦੀ ਰਿਪੋਰਟਸ ਦੇਖ ਲਓ ਜੋ ਗਲੋਬਲ ਪੱਧਰ ਉੱਤੇ ਆਉਂਦੀਆਂ ਨੇ, ਉਹ ਸਾਡੇ ਹੱਕ ਦੇ ਵਿੱਚ ਨੇ। ਦੇਸ਼ ਦੇ ਵਿੱਚੋਂ ਹੀ ਲੋਕ ਹੈਗੇ ਨੇ ਜਿਹੜੇ ਸਰਕਾਰ ਦਾ ਵਿਰੋਧ ਕਰਦੇ ਨੇ, ਸਰਕਾਰ ਨੂੰ ਇੰਟਰਨੈਸ਼ਨਲ ਲੈਵਲ 'ਤੇ ਬਦਨਾਮ ਕਰਨਾ ਚਾਹੁੰਦੇ ਨੇ। ਉਹਦੇ 'ਚ ਬੁੱਧੀਜੀਵੀ ਤਬਕਾ ਵੀ ਆ ਗਿਆ, ਓਪੋਜੀਸ਼ਨ ਪਾਰਟੀਜ਼ ਵੀ ਆ ਗਈਆਂ, ਉਹਦੇ 'ਚ ਪ੍ਰੋਫੈਸਰ ਆ ਗਏ ਯੂਨੀਵਰਸਿਟੀਆਂ ਦੇ, ਉੱਥੇ ਉਹ ਨਿਸ਼ਾਨਾ ਲਾਉਂਦੇ ਨੇ ਕਿ ਦੇਖੋ ਜੇਕਰ ਸਾਡਾ ਸਮੀਖਣ ਕਰਨਾ ਹੋਵੇ ਪੂਰੀ ਸਰਕਾਰ ਦਾ ਤਾਂ ਤੁਸੀਂ ਦੂਜੇ ਦੇਸ਼ਾਂ ਦੀਆਂ ਰਿਪੋਰਟਸ ਦੇਖੋ, ਉਹ ਸਾਡੇ ਹੱਕ ਦੇ ਵਿੱਚ ਨੇ। ਕਿ ਜਦੋਂ ਪੂਰਾ ਆਲਮ ਇੱਕ ਆਰਥਿਕ ਤੰਗੀ ਦੇ ਵਿੱਚੋਂ ਗੁਜ਼ਰ ਰਿਹਾ, ਉਦੋਂ ਜਿਹੜਾ ਭਾਰਤ ਦੇਸ਼ ਹੈ ਇਹਦੀ ਇਕੋਨਮੀ ਅਸੀਂ ਸਟੈਂਡ ਕੀਤੀ ਹੋਈ ਹੈ, ਪਰ ਸਾਡੇ ਹੀ ਲੋਕ ਸਾਨੂੰ ਬਦਨਾਮ ਕਰਨ 'ਤੇ ਲੱਗੇ ਹੋਏ ਨੇ। ਇਹ ਜਿਹੜੀ ਹੈ ਗਲਤ ਬਿਆਨੀ ਹੈ, ਕਿਉਂਕਿ ਅਗਰ ਅਸੀਂ ਹਿੰਦੁਸਤਾਨ ਦੇ ਲੋਕਾਂ ਦੀ ਹਾਲਤ ਦੇਖੀਏ ਤੇ ਅਸੀਂ ਦੇਖ ਸਕਦੇ ਹਾਂ ਕਿ ਹਿੰਦੁਸਤਾਨ ਦੇ ਲੋਕ ਇਸ ਵਕਤ ਜੇ ਮਾਲਨਿਊਟ੍ਰੀਸ਼ਨ ਦੀ ਗੱਲ ਕਰੀਏ ਜਾਂ ਗਰੀਬੀ ਦੀ ਗੱਲ ਕਰੀਏ, ਅਨਇੰਪਲੋਇਮੈਂਟ ਦੀ ਗੱਲ ਕਰੀਏ, ਗਰੀਬੀ ਰੇਖਾ ਦੇ ਥੱਲੇ ਰਹਿਣ ਵਾਲੇ ਲੋਕਾਂ ਦੀ ਕਰੀਏ, ਅਨੀਮੀਆ ਦੀ ਗੱਲ ਕਰੀਏ, ਹਰ ਉਹ ਜਿਹੜਾ ਇੰਡੀਕੇਟਰ ਹੈ ਜਿਹੜਾ ਮਨੁੱਖ ਦੀ ਡਿਵੈਲਪਮੈਂਟ ਹੈ, ਵਿਕਾਸ ਹੈ, ਨੂੰ ਦਿਖਾਉਂਦਾ ਹੈ, ਉਹਦੇ ਵਿੱਚ ਹਿੰਦੁਸਤਾਨ ਦੇ ਲੋਕ ਥੱਲੇ ਤੋਂ ਥੱਲੇ ਜਾ ਰਹੇ ਹੈ। ਹਾਂ, ਹਿੰਦੁਸਤਾਨ ਦਾ ਅਮੀਰ ਬਹੁਤ ਤਰੱਕੀ ਕਰ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਪਿਛਲੇ ਕੁਛ ਹੀ 3-4 ਸਾਲ ਤੇ ਹਰ ਸਾਲ ਇਹ ਗਿਣਤੀ ਵੱਧਦੀ ਜਾ ਰਹੀ ਹੈ। ਹਿੰਦੁਸਤਾਨ ਦੇ ਅਮੀਰ ਦੁਨੀਆ ਦੇ ਬਿਲੀਅਨਰਸ ਦੀ ਲਿਸਟ ਵਿੱਚ ਸ਼ਾਮਲ ਹੁੰਦੇ ਜਾ ਰਹੇ ਹੈ। ਮੈਂ ਕੱਲ੍ਹ ਹੀ ਇੱਕ ਇਨਇਕੁਆਲਿਟੀ ਦੀ ਰਿਪੋਰਟ ਪੜ੍ਹੀ ਹੈ ਜਿਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਅੰਬਾਨੀ ਹੈ ਉਹ ਅਗਰ ਹਰ ਮਿੰਟ 2000 ਰੁਪਏ ਦਾਨ ਕਰਦਾ ਰਹੇ ਹਰ ਮਿੰਟ, ਤੇ ਉਹਨੂੰ 6000 ਸਾਲ ਲੱਗਣਗੇ ਆਪਣੀ ਦੌਲਤ ਨੂੰ ਮੁਕਾਉਣ ਵਿੱਚ। ਉਹ ਵੀ ਇਸ ਕਰਕੇ ਕਿ ਸਰਕਾਰਾਂ ਦੀ ਸਪੋਰਟ ਹੈ। ਬਿਲਕੁਲ, ਔਰ ਉਹ ਇਨਇਕੁਆਲਿਟੀ ਹੈ। ਸੋ ਇਹ ਸਾਡਾ ਬੁੱਧੀਜੀਵੀਆਂ ਦਾ, ਸਮਾਜਿਕ ਕਾਰਕੁਨਾਂ ਦਾ ਇੱਕ ਥਾਂ ਦੇ ਉੱਤੇ ਇਕੱਠਾ ਹੋ ਰਿਹਾ। ਬਿਲਕੁਲ, ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹ ਵਿਤਕਰੇ, ਅਸੀਂ ਇਹ ਨਾ ਬਰਾਬਰੀ ਦਾ ਜਿਹੜਾ ਵਰਤਾਰਾ ਹੈ ਉਹਨੂੰ ਉਹਦਾ ਪਰਦਾਫਾਸ਼ ਕਰੀਏ। ਜੀ ਮੈਡਮ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਦੋਸਤੋ ਜੀ। ਮੈਡਮ ਹੋਰੀ ਮੇਰੇ ਨਾਲ ਜੁੜੇ ਹੋਏ ਸੀ। ਨਵਸ਼ਰਨ ਈਡੀ ਵੱਲੋਂ ਬੁਲਾਏ ਗਏ ਸੀ, ਉਹਦੇ 'ਤੇ ਗੱਲਬਾਤ ਕੀਤੀ, ਜਾਂ ਦੇਸ਼ ਦੇ ਵਿੱਚ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ, ਬਾਹਰ ਬੈਠੇ ਹੋਏ ਜਿਹੜੇ ਲੋਕ ਨੇ ਉਹ ਦੇਸ਼ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਨੇ, ਇਹਦੇ 'ਤੇ ਗੱਲਬਾਤ ਕੀਤੀ। ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ 'ਤੇ ਰੱਖ ਸਕਦੇ ਹੋ। ਧੰਨਵਾਦ।